ਅੱਜ ਆਪਾਂ ਸ਼ੁਰੂ ਕਰਨਾ ਹੈ ਚੈਪਟਰ 16 ਪ੍ਰੋਬੈਬਿਲਿਟੀ। ਸੰਭਾਵਨਾ ਤੁਸੀਂ ਪਿਛਲੇ ਸਾਲ 10th ਦੇ ਵਿੱਚ ਪੜ੍ਹੀ ਹੋਵੇਗੀ, ਉਸੇ ਨੂੰ ਇੰਗਲਿਸ਼ ਦੇ ਵਿੱਚ ਪ੍ਰੋਬੈਬਿਲਿਟੀ ਕਹਿੰਦੇ। ਤਾਂ ਪ੍ਰੋਬੈਬਿਲਿਟੀ ਦੇ ਵਿੱਚ ਅੱਜ ਆਪਾਂ ਕੁਝ ਨਵੀਆਂ ਚੀਜ਼ਾਂ ਕਰਨੀਆਂ ਜਿਹੜੀਆਂ ਪਹਿਲਾਂ ਨਹੀਂ ਕੀਤੀਆਂ। ਪਹਿਲਾਂ ਉਹਨਾਂ ਬਾਰੇ ਜਾਣੀਏ। ਪਹਿਲਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਟੌਪਿਕ ਹੈ ਰੈਂਡਮ ਐਕਸਪੈਰੀਮੈਂਟ। ਰੈਂਡਮ ਐਕਸਪੈਰੀਮੈਂਟ ਅਸੀਂ ਬਹੁਤ ਸਾਰੇ ਐਕਸਪੈਰੀਮੈਂਟ ਰੋਜ਼ ਕਰਦੇ ਹਾਂ, ਤਾਂ ਉਹਨਾਂ ਚੋਂ ਰੈਂਡਮ ਐਕਸਪੈਰੀਮੈਂਟ ਕਿਹੜੇ ਹੁੰਦੇ ਆ? An experiment is called random experiment if it satisfies the following two conditions। ਉਸ ਐਕਸਪੈਰੀਮੈਂਟ ਨੂੰ ਅਸੀਂ ਰੈਂਡਮ ਐਕਸਪੈਰੀਮੈਂਟ ਕਹਾਂਗੇ ਜਿਹੜੀਆਂ ਹੇਠ ਦੋ ਲਿਖੀਆਂ ਕੰਡੀਸ਼ਨਸ ਨੂੰ ਸੈਟਿਸਫਾਈ ਕਰਦੇ ਆ। ਪਹਿਲੀ ਗੱਲ, ਇਟ ਹੈਜ਼ ਮੋਰ ਦੈਨ ਵਨ ਪੋਸੀਬਲ ਆਊਟਕਮਸ। ਇਹਦੇ ਇੱਕ ਤੋਂ ਜ਼ਿਆਦਾ ਰਿਜ਼ਲਟ ਨਿਕਲਣੇ ਚਾਹੀਦੇ ਆ। ਆਊਟਕਮ ਹੁੰਦਾ ਰਿਜ਼ਲਟ, ਕੀ परिणाम ਨਿਕਲਿਆ, ਕੀ ਉਹਦਾ ਰਿਜ਼ਲਟ ਨਿਕਲਿਆ, ਆਊਟਕਮ ਕੀ ਹੈ। ਇੱਕ ਤੋਂ ਜ਼ਿਆਦਾ ਪੋਸੀਬਲ ਆਊਟਕਮਸ ਹੋਣੇ ਚਾਹੀਦੇ। ਜਿਵੇਂ ਆਪਾਂ ਟਰਾਇੰਗਲਸ ਦੀ ਐਂਗਲਸ ਦੀ ਗੱਲ ਕਰੀਏ, ਟਰਾਇੰਗਲਸ ਦੇ ਐਂਗਲਸ ਨੂੰ ਮੈਜਰ ਕਰਨਾ ਚਾਹੁੰਦੇ ਹਾਂ ਅਸੀਂ ਦੇਖਣਾ ਚਾਹੁੰਦੇ ਹਾਂ ਉਹਦਾ ਜੋੜ ਕਿੰਨਾ ਆਏਗਾ। ਜੋੜ 180 ਆਏਗਾ। ਟਰਾਇੰਗਲਸ ਦੇ ਐਂਗਲਸ ਦਾ ਜਿਹੜਾ ਸਮ ਹੈ ਹਮੇਸ਼ਾ ਹੀ 180 ਹੋਏਗਾ। ਤਾਂ ਆਊਟਕਮ ਕਿਹੜਾ ਹੋਇਆ? ਇੱਕੋ ਹੀ ਆਊਟਕਮ ਹੋਇਆ, ਇੱਕੋ ਹੀ ਪੋਸੀਬਲ। ਉਹ ਨਹੀਂ ਚਾਹੀਦਾ ਸਾਨੂੰ। ਇੱਕ ਤੋਂ ਜ਼ਿਆਦਾ ਪੋਸੀਬਲ ਆਊਟਕਮਸ ਹੋਣ, ਪਹਿਲੀ ਗੱਲ। ਤਾਂ ਦੂਸਰੀ ਗੱਲ, ਇਟ ਇਜ਼ ਨਾਟ ਪੋਸੀਬਲ ਟੂ ਪ੍ਰੈਡਿਕਟ ਦਾ ਆਊਟਕਮ ਇਨ ਐਡਵਾਂਸ। ਤੇ ਪਹਿਲਾਂ ਹੀ ਅਸੀਂ ਉਸ ਆਊਟਕਮ ਨੂੰ ਪ੍ਰੈਡਿਕਟ ਨਾ ਕਰ ਸਕਦੇ ਹੋਈਏ, ਸਾਡੇ ਕੋਲ ਇਹ ਚੀਜ਼ ਦੀ ਪੋਸੀਬਿਲਿਟੀ ਨਾ ਹੋਵੇ ਵੀ ਅਸੀਂ ਉਹਨੂੰ ਪਹਿਲਾਂ ਹੀ ਜਾਣ ਲਈਏ ਵੀ ਕੀ ਆਊਟਕਮ ਨਿਕਲੇਗਾ। ਤਾਂ ਇਹ ਦੋ ਕੰਡੀਸ਼ਨਸ ਜੇ ਸੈਟਿਸਫਾਈ ਹੁੰਦੀਆਂ ਤਾਂ ਉਸ ਐਕਸਪੈਰੀਮੈਂਟ ਨੂੰ ਅਸੀਂ ਰੈਂਡਮ ਐਕਸਪੈਰੀਮੈਂਟ ਕਹਿੰਦੇ। ਜਿਵੇਂ ਅਸੀਂ ਡਾਈ ਥਰੋ ਕਰਦੇ ਹਾਂ, ਲੂਡੋ ਖੇਡਦੇ ਹਾਂ, ਤੁਸੀਂ ਖੇਡਦੇ ਹਾਂ ਨਾ, ਸਬਸਿਡੀ ਖੇਡਦੇ ਹਾਂ, ਉਹਦੇ ਵਿੱਚ ਡਾਈਸ ਹੁੰਦੀ ਹੈ, ਡਾਈ ਹੁੰਦੀ ਹੈ, ਉਹਨੂੰ ਡਾਈ ਕਹਿੰਦੇ। ਡਾਈਸ ਉਹਦਾ ਪਲੂਰਲ ਹੈ, ਬਹੁਵਚਨ। ਉਹ ਡਾਈ ਜਦੋਂ ਆਪਾਂ ਥਰੋ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਪਤਾ ਹੈ 1 ਤੋਂ ਲੈ ਕੇ 6 ਤੱਕ ਆ ਸਕਦੇ ਆ। 1 ਆ ਸਕਦਾ, 2 ਆ ਸਕਦਾ, 3 ਆ ਸਕਦਾ, 4 5 6 ਆ ਸਕਦਾ। ਤਾਂ ਇਹ ਕੀ ਆ? 1 2 3 4 5 6 ਇਹ ਆਊਟਕਮਸ। 1 ਵੀ ਆਊਟਕਮ ਹੈ, 2 ਵੀ ਆਊਟਕਮ ਹੈ। ਤਾਂ ਕਿੰਨੇ ਆਊਟਕਮ ਹੋ ਸਕਦੇ? 6। ਠੀਕ ਹੈ ਕਿ ਨਹੀਂ? ਪਰ ਅਸੀਂ ਨਾਲ ਦੀ ਨਾਲ ਅਸੀਂ ਇਹ ਵੀ ਪ੍ਰੈਡਿਕਟ ਨਹੀਂ ਕਰ ਸਕਦੇ ਵੀ ਕੀ ਆਊਗਾ। ਹੁਣ ਜਦੋਂ ਆਪਾਂ ਡਾਈ ਥਰੋ ਕਰਾਂਗੇ ਤਾਂ ਦੋਨੇ ਕੰਡੀਸ਼ਨ ਸੈਟਿਸਫਾਈ ਹੋ ਗਿਆ ਕਿ ਨਾ? ਵੀ ਕੀ ਹੋਇਆ ਵੀ ਇੱਕ ਤਾਂ ਉਹਦੇ ਇੱਕ ਤੋਂ ਜ਼ਿਆਦਾ ਆਊਟਕਮਸ ਆ, ਅਸੀਂ ਦੇਖ ਲਿਆ 6 ਆਊਟਕਮਸ ਨੇ। ਦੂਸਰੀ ਗੱਲ, ਉਹਨੂੰ ਅਸੀਂ ਪਹਿਲਾਂ ਹੀ ਪ੍ਰੈਡਿਕਟ ਨਹੀਂ ਕਰ ਸਕਦੇ, ਪਹਿਲਾਂ ਹੀ ਨਹੀਂ ਅਸੀਂ ਦੱਸ ਸਕਦੇ ਵੀ ਹੁਣ ਕੀ ਆਏਗਾ। ਜਦੋਂ ਅਸੀਂ ਡਾਈ ਥਰੋ ਕਰਾਂਗੇ ਤਾਂ ਕੀ ਆਊਗਾ, ਇਹ ਦੱਸਣਾ ਪੋਸੀਬਲ ਨਹੀਂ। ਠੀਕ ਹੈ ਕਿ? ਤਾਂ ਇਹੋ ਜਿਹੇ ਐਕਸਪੈਰੀਮੈਂਟ ਨੂੰ ਅਸੀਂ ਰੈਂਡਮ ਐਕਸਪੈਰੀਮੈਂਟ ਕਹਿੰਦੇ। ਇਸੇ ਤਰ੍ਹਾਂ ਟਾਸ ਕਰਦੇ ਹਾਂ, ਅਸੀਂ ਕੋਇਨ ਕਰਦੇ ਹਾਂ, ਜਿਹੜਾ ਥਰੋ ਕਰਦੇ ਹਾਂ। ਤਾਂ ਕੋਇਨ ਜਦੋਂ ਆਪਾਂ ਟਾਸ ਕਰਦੇ ਹਾਂ ਤਾਂ ਕੀ ਹੁੰਦਾ? ਜਾਂ ਤਾਂ ਹੈੱਡ ਆਉਂਦਾ ਜਾਂ ਟੇਲ ਆਉਂਦਾ। ਦੋ ਪੋਸੀਬਲ ਆਊਟਕਮ ਹੋਏ ਕਿ ਨਹੀਂ? ਦੋ ਪੋਸੀਬਲ ਆਊਟਕਮ ਕਿਹੜੇ? ਹੈੱਡ ਤੇ ਟੇਲ। ਤੇ ਸਾਨੂੰ ਇਹ ਵੀ ਨਹੀਂ ਪਤਾ ਵੀ ਜਦੋਂ ਅਸੀਂ ਕੋਇਨ ਟਾਸ ਕਰਾਂਗੇ ਤਾਂ ਪੋਸੀਬਲ ਕੀ ਆਊਗਾ, ਹੁਣ ਹੈੱਡ ਆਊਗਾ ਕਿ ਟੇਲ। ਠੀਕ ਹੈ ਕਿ? ਸੋ ਉਹ ਵੀ ਇੱਕ ਰੈਂਡਮ ਹੈ। ਠੀਕ ਹੈ ਕਿ? ਇਹਦੇ 'ਚ ਦੂਸਰੀ ਚੀਜ਼ ਹੈ ਆਊਟਕਮਸ ਐਂਡ ਸੈਂਪਲ ਸਪੇਸ। ਆਊਟਕਮਸ ਬਾਰੇ ਤਾਂ ਹੁਣੇ ਮੈਂ ਤੁਹਾਨੂੰ ਦੱਸਿਆ ਵੀ ਅ ਪੋਸੀਬਲ ਰਿਜ਼ਲਟ ਆਫ ਰੈਂਡਮ ਐਕਸਪੈਰੀਮੈਂਟ ਇਜ਼ ਕਾਲਡ ਇਟਸ ਆਊਟਕਮ। ਜਿਵੇਂ ਡਾਈ ਥਰੋ ਕਰੀ ਤਾਂ ਕੀ ਪੋਸੀਬਿਲਿਟੀ ਸੀਗੀ? ਜਾਂ 1 ਆ ਜਾਏਗਾ, ਜਾਂ 2 ਆ ਜਾਏਗਾ, ਜਾਂ 3 ਜਾਂ 4 ਜਾਂ 5 ਜਾਂ 6। ਠੀਕ ਹੈ ਕਿ? ਤੇ ਇਹ ਸਾਰੇ ਕੀ ਨੇ? ਉਸ ਰੈਂਡਮ ਐਕਸਪੈਰੀਮੈਂਟ ਦੇ ਆਊਟਕਮਸ ਨੇ। ਠੀਕ ਹੈ ਜੀ? ਤੇ ਉਹਨਾਂ ਦਾ ਜੇ ਅਸੀਂ ਬਣਾ ਲਈਏ ਸੈੱਟ, the set of outcomes 1 2 3 4 5 6, ਇਹ ਸੈੱਟ ਬਣ ਗਿਆ। ਸਾਰੇ ਆਊਟਕਮਸ ਆ ਗਏ ਇਹਦੇ ਵਿੱਚ। set of all outcomes of a random experiment is called sample space of experiment। ਇਸੇ ਨੂੰ ਸੈਂਪਲ ਸਪੇਸ ਕਹਿੰਦੇ। ਜੇ ਅਸੀਂ ਇੱਕ ਦੀ ਗੱਲ ਕਰੀਏ ਤਾਂ ਇੱਕ ਤਾਂ ਹੈਗੇ ਆਊਟਕਮ, ਤੇ ਜੇ ਅਸੀਂ ਇਹਨਾਂ ਸਾਰੀਆਂ ਆਊਟਕਮਸ ਦਾ ਇੱਕ ਸੈੱਟ ਬਣਾ ਲਈਏ ਤਾਂ ਉਹਨੂੰ ਅਸੀਂ ਕਹਿੰਦੇ ਸੈਂਪਲ ਸਪੇਸ। ਠੀਕ ਹੈ? ਤਾਂ ਆਹੀ ਇੱਥੇ ਲਿਖਿਆ ਹੋਇਆ, thus the set of all possible outcomes of a random experiment is called sample space associated with the experiment। sample space is denoted by symbol S। ਇਹਨੂੰ ਅਸੀਂ ਹਮੇਸ਼ਾ S ਨਾਲ ਡਿਨੋਟ ਕਰਾਂਗੇ। S = ਲਿਖ ਕੇ ਅਸੀਂ ਆਹ ਸੈੱਟ ਲਿਖਾਂਗੇ।
ਤਾਂ ਸਾਨੂੰ ਪਤਾ ਚੱਲ ਜਾਏਗਾ ਵੀ ਇਹ ਸੈਂਪਲ ਸਪੇਸ ਹੈ। ਈਚ ਐਲੀਮੈਂਟ ਆਫ ਦ ਸੈਂਪਲ ਸਪੇਸ ਇਜ਼ ਕਾਲਡ ਸੈਂਪਲ ਪੁਆਇੰਟ। ਇਹਦੇ 'ਚ ਹੁਣ ਕਿੰਨੇ ਐਲੀਮੈਂਟਸ ਨੇ? 6 ਐਲੀਮੈਂਟ, ਤੇ ਹਰੇਕ ਐਲੀਮੈਂਟ ਕੀ ਹੈ? ਸੈਂਪਲ ਪੁਆਇੰਟ ਆ। 1 ਵੀ ਸੈਂਪਲ ਪੁਆਇੰਟ ਆ, 2 ਵੀ ਸੈਂਪਲ ਪੁਆਇੰਟ ਆ। ਇਹਨੂੰ ਅਸੀਂ ਆਊਟਕਮ ਕਹਿ ਦਿੰਦੇ ਹਾਂ। ਜਦੋਂ ਸੈਂਪਲ ਸਪੇਸ ਦੇ ਵਿੱਚ ਗੱਲ ਕਰਦੇ ਤੇ ਸੈਂਪਲ ਪੁਆਇੰਟਸ ਹੋ ਜਾਂਦੇ, ਠੀਕ ਹੈ ਕਿ ਨਹੀਂ? ਤਾਂ ਇਨ ਅਦਰ ਵਰਡਸ ਈਚ ਆਊਟਕਮ ਆਫ ਅ ਰੈਂਡਮ ਐਕਸਪੈਰੀਮੈਂਟ ਇਜ਼ ਆਲਸੋ ਕਾਲਡ ਸੈਂਪਲ ਪੁਆਇੰਟ, ਯਾਨੀ ਆਊਟਕਮ ਨੂੰ ਹੀ ਅਸੀਂ ਸੈਂਪਲ ਪੁਆਇੰਟ ਕਹਿੰਦੇ ਹਾਂ, ਠੀਕ ਹੈ ਜੀ। ਸੋ ਇਹ ਸੀਗੀਆਂ 2-3 ਗੱਲਾਂ ਜਿਹੜੀਆਂ ਸਾਨੂੰ ਜਾਣਨੀਆਂ ਜ਼ਰੂਰੀ ਸੀ। ਅੱਜ ਦਾ ਜਿਹੜਾ ਸਾਡਾ ਇਹਦੇ ਵਿੱਚ ਕੰਮ ਹੈ ਪਹਿਲੀ ਐਕਸਰਸਾਈਜ਼ ਦੇ ਵਿੱਚ, ਉਹ ਅਸੀਂ ਵੀ ਸਾਨੂੰ ਕੋਈ ਨਾ ਕੋਈ ਐਕਸਪੈਰੀਮੈਂਟ ਦਿੱਤਾ ਜਾਏਗਾ, ਅਸੀਂ ਉਹਦਾ ਸੈਂਪਲ ਸਪੇਸ ਬਣਾਉਣਾ ਸਿੱਖਣਾ ਹੈ। ਤਾਂ ਆਓ ਆਪਾਂ ਇਹਦੇ ਨਾਲ ਰਿਲੇਟਡ ਕੁਝ ਐਗਜ਼ਾਮਪਲਸ ਕਰਦੇ ਹਾਂ। ਐਗਜ਼ਾਮਪਲ 1 ਹੈ, 2 coins, a 1 rupee coin and a 2 rupee coin are tossed once। ਦੋਨੇ ਇੱਕ ਵਾਰੀ ਟਾਸ ਕੀਤੇ ਗਏ। ਫਾਈਂਡ ਦ ਸੈਂਪਲ ਸਪੇਸ। ਦੋਨੇ ਕੋਇਨ ਅੱਡ ਨੇ, ਠੀਕ ਹੈ ਕਿ ਨਹੀਂ? ਇੱਕ 1 ਰੁਪਏ ਦਾ ਕੋਇਨ ਹੈ, ਇੱਕ 2 ਰੁਪਏ ਦਾ ਕੋਇਨ ਹੈ। ਜਦੋਂ ਅਸੀਂ ਦੋਵਾਂ ਨੂੰ ਟਾਸ ਕਰਾਂਗੇ ਤਾਂ ਦੋਹਾਂ ਦੀ ਅੱਡ ਪਤਾ ਚੱਲੇਗੀ ਸਾਨੂੰ, ਹੈ ਨਾ? ਅਸੀਂ ਮੰਨ ਲਈਏ ਵੀ ਜੇ ਹੈਡ ਆਉਂਦਾ ਤਾਂ ਉਹਨੂੰ ਅਸੀਂ ਐਚ ਲਿਖ ਲਈਏ, ਜੇ ਟੇਲ ਆਉਂਦਾ ਤਾਂ ਉਹਨੂੰ ਅਸੀਂ ਟੀ ਲਿਖ ਲਈਏ। ਤਾਂ ਕੀ ਹੋਏਗਾ? ਪਹਿਲੇ ਕੋਇਨ ਤੇ ਹੈਡ ਆ ਜੇ, ਦੂਜੇ ਤੇ ਟੇਲ ਆ ਜੇ, ਜਾਂ ਦੋਹਾਂ ਤੇ ਹੈਡ ਆ ਜੇ। ਬੋਥ ਹੈਡਸ ਔਨ ਬੋਥ ਕੋਇਨਸ, ਤਾਂ ਕੀ ਹੋ ਜਾਏਗਾ? ਐਚ ਲਿਖ ਲਾਂਗੇ ਅਸੀਂ। ਤਾਂ ਆ ਐਚ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਇਸ ਤਰ੍ਹਾਂ ਵੀ ਲਿਖ ਸਕਦੇ ਹਾਂ। ਜੇ ਫਸਟ ਕੋਇਨ ਤੇ ਹੈਡ ਆ ਜੇ, ਸੈਕੰਡ ਕੋਇਨ ਤੇ ਟੇਲ ਆ ਜੇ, ਤਾਂ ਐਚ ਟੀ। ਤੇ ਜੇ ਅਸੀਂ ਫਸਟ ਕੋਇਨ ਤੇ ਟੇਲ ਆਵੇ ਤੇ ਦੂਸਰੇ ਤੇ ਹੈਡ ਆਏ ਤਾਂ ਟੀ ਐਚ ਵੀ ਆ ਸਕਦਾ, ਦੋਹਾਂ ਤੇ ਟੇਲ ਵੀ ਆ ਸਕਦਾ, ਤੇ ਅਸੀਂ ਨੂੰ ਟੀ ਵੀ ਲਿਖ ਸਕਦੇ। ਤਾਂ ਸੈਂਪਲ ਸਪੇਸ ਕੀ ਬਣਿਆ? ਐਚ ਦਾ ਮਤਲਬ ਪਹਿਲੇ ਦੂਜੇ ਦੋਵਾਂ ਕੋਇਨ ਤੇ ਹੈਡ ਆ ਗਿਆ। ਐਚ ਟੀ ਇਹਦਾ ਮਤਲਬ ਪਹਿਲੇ ਕੋਇਨ ਤੇ ਹੈਡ, ਦੂਜੇ ਤੇ ਟੇਲ ਆ ਗਿਆ। ਟੀ ਐਚ ਇਹਦਾ ਮਤਲਬ ਪਹਿਲੇ ਤੇ ਟੇਲ ਆ ਗਿਆ, ਦੂਜੇ ਤੇ ਹੈਡ ਆ ਗਿਆ, ਜਾਂ ਟੀ ਦੋਹਾਂ ਦੇ ਉੱਤੇ ਹੀ ਟੇਲ ਆ ਗਿਆ, ਠੀਕ ਹੈ ਕਿ? ਸੋ ਇਹ ਸਾਡਾ ਸੈਂਪਲ ਸਪੇਸ ਆ ਗਿਆ। ਵੈਸੇ ਤੁਹਾਨੂੰ ਇਸੇ ਤਰੀਕੇ ਨਾਲ ਲਿਖਿਆ ਆਰਡਰਡ ਪੇਅਰ ਦੀ ਫਾਰਮ 'ਚ, ਜਿਵੇਂ ਅਸੀਂ ਕਰੇ ਸੀ ਨਾ ਸੈਟਸ ਦੇ ਵਿੱਚ ਆਰਡਰਡ ਪੇਅਰਸ ਕੀਤੇ ਸੀ, ਕਾਰਟੇਜ਼ੀਅਨ ਪ੍ਰੋਡਕਟ ਆਫ 2 ਸੈਟਸ ਕੀਤਾ ਸੀਗਾ, ਉਹ 'ਚ ਆਰਡਰਡ ਪੇਅਰਸ ਕਰੇ ਸੀ। ਤਾਂ ਆਰਡਰਡ ਪੇਅਰ ਦੀ ਫਾਰਮ 'ਚ ਲਿਖਣੇ ਹੁੰਦੇ ਨੇ, ਪਰ ਅਸੀਂ ਇਹਨੂੰ ਆਪਦੇ ਕਨਵੀਨੀਅੰਸ ਲਈ ਇਸ ਤਰੀਕੇ ਨਾਲ ਵੀ ਲਿਖ ਲੈਂਦੇ ਹਾਂ, ਠੀਕ ਹੈ ਜੀ। ਸੋ ਇਹਨਾਂ ਗੱਲਾਂ ਦਾ ਤੁਸੀਂ ਗੱਲ ਰੱਖਣਾ। ਤਾਂ ਇਹਦੇ 'ਚ ਤੁਸੀਂ ਸਿਰਫ ਇਹੀ ਸੋਚਣਾ ਹੈ ਵੀ ਕੀ ਪੋਸੀਬਿਲਿਟੀਜ਼ ਹੋ ਸਕਦੀਆਂ, ਕੀ ਪੋਸੀਬਲ ਆਊਟਕਮਸ ਹੋ ਸਕਦੇ, ਉਹ ਸਾਰੇ ਲਿਸਟ ਕਰਨੇ, ਸਾਰਿਆਂ ਦੀ ਇੱਕ ਲਿਸਟ ਬਣਾ ਕੇ ਇੱਕ ਸੈੱਟ ਬਣਾ ਲੈਣਾ, ਉਹਨੂੰ ਅਸੀਂ ਕਹਿੰਦੇ ਸੈਂਪਲ ਸਪੇਸ, ਠੀਕ। ਨੈਕਸਟ ਹੈ find the sample space associated with the experiment of rolling a pair of dice। pair ਹੁੰਦਾ ਜੋੜਾ, of dice ਡਾਈਆਂ ਦਾ। one is blue and other is red। ਇੱਕ ਬਲੂ ਡਾਈ ਹੈ, ਇੱਕ ਰੈੱਡ ਡਾਈ ਹੈ। ਇੱਕੋ ਵਾਰੀ ਉਹਨਾਂ ਨੂੰ ਅਸੀਂ ਇਕੱਠੇ ਜਿਹੜਾ ਹੈਗਾ ਰੋਲ ਕਰਨਾ ਹੈ। also find the number of elements in its sample in this sample space। ਤਾਂ ਕੀ ਹੋਏਗਾ? ਇੱਥੇ ਸਿੱਧਾ ਅਸੀਂ ਆਨਸਰ, ਇਹਦੇ ਵਿੱਚ ਕੁਛ ਨਹੀਂ, ਆਹ ਸਾਰੀ ਥਿਓਰੀ ਨੂੰ ਤੁਸੀਂ ਲਿਖਣੀ ਹੈ। ਤੁਸੀਂ ਸਿੰਪਲੀ ਸੈਂਪਲ ਸਪੇਸ ਲਿਖਣਾ। ਇਸੇ ਤਰ੍ਹਾਂ ਉੱਪਰਲੇ ਕੁਐਸਚਨ ਦੇ ਵਿੱਚ ਆ ਤੁਹਾਨੂੰ ਸਮਝਾਉਣ ਵਾਸਤੇ ਸਾਰਾ ਕੀਤਾ ਗਿਆ, ਤੁਹਾਡਾ ਬਸ ਇੰਨਾ ਹੀ ਹੈ ਸਵਾਲ ਦੇ ਵਿੱਚ ਲਿਖਣ ਦਾ ਆਨਸਰ, ਇੰਨਾ ਹੀ ਹੋਏਗਾ, ਸਿਰਫ ਐਸ ਇਕੁਅਲਸ ਟੂ ਆ ਲਿਖਣੀ ਹੈ। ਆਹ ਚੀਜ਼ਾਂ ਤੁਸੀਂ ਸੋਚਣੀਆਂ ਦਿਮਾਗ ਦੇ ਵਿੱਚ ਕਿਵੇਂ ਹੋ ਸਕਦਾ, ਹੈ ਨਾ? ਇਸੇ ਤਰੀਕੇ ਨਾਲ ਜਦੋਂ ਸਾਨੂੰ 2 ਡਾਈ ਕਿਹਾ ਜਾਊਗਾ ਥਰੋ ਕਰਨ, ਤਾਂ ਕੀ ਹੋਏਗਾ? ਪਹਿਲੀ ਡਾਈ ਤੇ 1 ਆ ਜਾਏਗਾ, ਮੰਨ ਲਿਆ ਵੀ 1 ਆ ਗਿਆ, ਤਾਂ 1 ਆ ਗਿਆ ਤਾਂ ਦੂਜੀ ਤੇ 1 ਆ ਸਕਦਾ, ਦੂਜੀ ਤੇ 2 ਵੀ ਆ ਸਕਦਾ, ਦੂਜੀ ਤੇ 3 4 5 6, ਯਾਨੀ 1 ਦੇ ਨਾਲ 1 ਆ ਜੇ, 1 ਦੇ ਨਾਲ 2 ਆ ਜੇ, 1 ਦੇ ਨਾਲ 3, 1 ਦੇ ਨਾਲ 4, 1 ਦੇ ਨਾਲ 5, 1 ਦੇ ਨਾਲ 6। ਇਸੇ ਤਰ੍ਹਾਂ ਫਿਰ ਜੇ ਮੰਨ ਲਓ ਪਹਿਲੀ ਡਾਈ ਤੇ 2 ਆ ਜਾਂਦੇ, 2 ਦੇ ਨਾਲ 1, ਦੂਸਰੀ ਤੇ 2, ਦੂਸਰੀ ਤੇ 3 ਆ ਜੇ, ਦੂਸਰੀ ਤੇ 4 ਆ ਜੇ, ਦੂਸਰੀ ਤੇ 5 ਤੇ 6, ਯਾਨੀ ਇਸ ਤਰੀਕੇ ਨਾਲ ਆ ਸਕਦਾ 1 1 1 2 1 3 1 4 1 5 1 6, ਫਿਰ 2 1 2 2 2 3 2 4 2 5 2 6। ਇਸੇ ਤਰ੍ਹਾਂ 3 1 ਤੋਂ ਲੈ ਕੇ 3 6 ਤੱਕ, ਫਿਰ 4 1 ਤੋਂ ਲੈ ਕੇ 4 6 ਤੱਕ, 5 1 ਤੋਂ ਲੈ ਕੇ 5 6 ਤੱਕ, ਤੇ 6 1 ਤੋਂ ਲੈ ਕੇ 6 6 ਤੱਕ ਸਾਰੇ ਲਿਖਦੇ ਸੀ ਜਿੰਨੇ ਪੋਸੀਬਲ ਆਊਟਕਮ ਸੀ। ਤਾਂ ਕਿੰਨੇ ਆਊਟਕਮ ਹੋ ਗਏ? 36 ਆਊਟਕਮ, ਠੀਕ ਹੈ। ਤਾਂ ਇਹਨਾਂ ਨੂੰ ਅਸੀਂ ਕਾਊਂਟ ਕਰਕੇ ਟੋਟਲ ਲਿਖਦੇ ਨੇ ਕਿੰਨੇ 36 ਬਣ ਗਏ। ਇਹਨੂੰ ਯਾਦ ਰੱਖਣਾ ਹੈ, ਬਹੁਤ ਵਾਰੀ ਅਸੀਂ ਇਹਨਾਂ ਚੀਜ਼ਾਂ ਦਾ ਸੈਂਪਲ ਸਪੇਸ ਦਾ ਅਸੀਂ ਅੱਗੇ ਆਉਣ ਵਾਲੇ ਕੁਐਸਚਨ ਦੇ ਵਿੱਚ ਯੂਜ਼ ਕਰਨਾ ਹੈ। ਜਿਹੜੇ ਸੈਂਪਲ ਸਪੇਸ ਅਸੀਂ ਡਿਸਕਸ ਕਰ ਰਹੇ ਹਾਂ, ਜਿਹੜੇ ਉੱਪਰ ਕੀਤਾ ਉਹ ਵੀ ਬਹੁਤ ਇੰਪੋਰਟੈਂਟ ਹੈ। ਫਸਟ ਐਗਜ਼ਾਮਪਲ ਦੇ ਵਿੱਚ ਆਹ ਵਾਲਾ ਵੀ ਬਹੁਤ ਇੰਪੋਰਟੈਂਟ ਹੈ, ਠੀਕ ਹੈ।
ਨੈਕਸਟ ਆ ਸਾਡੇ ਕੋਲੇ ਇਨ ਈਚ ਆਫ ਦਾ ਫੋਲੋਇੰਗ ਐਕਸਪੈਰੀਮੈਂਟਸ ਸਪੈਸੀਫਾਈ appropriate sample space बनाना. A boy has 1 rupee coin, a 2 rupee coin and a 5 rupee coin in his pocket. He takes out 2 coins out of his pocket, one after the other. ਉਹਦੀ ਜੇਬ 'ਚ 3 ਸਿੱਕੇ ਨੇ, ਇੱਕ 1 ਰੁਪਏ ਦਾ ਕੋਇਨ ਹੈ, ਇੱਕ 2 ਰੁਪਏ ਦਾ ਕੋਇਨ ਹੈ, 5 ਰੁਪਏ ਦਾ. ਤਾਂ ਜਦੋਂ ਉਹ ਆਪਦੀ ਪਾਕਟ 'ਚ ਉਹਨਾਂ ਨੂੰ ਕੱਢਦਾ, ਇੱਕ ਤੋਂ ਬਾਅਦ ਇੱਕ ਕਰਕੇ ਕੱਢਦਾ ਹੈ, ਇਕੱਠੇ ਨਹੀਂ ਕੱਢਦਾ, ਵਨ ਆਫਟਰ ਅਨਦਰ ਕੱਢਦਾ ਹੈ, ਠੀਕ ਹੈ ਕਿ ਨਹੀਂ. ਤਾਂ ਅਦਰ ਕੱਢਦਾ ਤਾਂ ਉਹ ਕੀ ਪੋਸੀਬਿਲਿਟੀਜ਼ ਹੋ ਸਕਦੀਆਂ, ਤਾਂ ਉਹ ਇਹ ਹੋ ਸਕਦੀਆਂ, ਅਸੀਂ ਇਹੀ ਸਮਝ ਗਏ ਵੀ 1 ਰੁਪਏ ਕੋਇਨ ਨੂੰ ਅਸੀਂ ਲਿਖ ਲਈਏ 1, ਅਤੇ 2 ਰੁਪਏ ਦੇ ਕੋਇਨ ਨੂੰ ਲਿਖ ਲਈਏ 2, ਅਤੇ 5 ਰੁਪਏ ਦੇ ਕੋਇਨ ਨੂੰ ਲਿਖ ਲਈਏ 5. ਤਾਂ ਕੀ ਹੋਏਗਾ ਜਦੋਂ ਉਹ 1 ਕੱਢੇਗਾ, ਮੰਨ ਲਓ ਪਹਿਲਾਂ ਉਹਦਾ 1 ਨਿਕਲਿਆ ਪਹਿਲੀ ਵਾਰ 'ਚ, ਦੂਸਰਾ ਉਹਦੇ ਨਾਲ ਕੀ ਨਿਕਲ ਸਕਦਾ, ਫਿਰ 2 ਨਿਕਲ ਸਕਦਾ ਸੀ, ਜਾਂ 1 ਨਿਕਲੇ ਅਤੇ ਦੂਸਰਾ 5 ਨਿਕਲ ਸਕਦਾ ਸੀ. ਇਸੇ ਤਰ੍ਹਾਂ ਫਿਰ 2 ਨਾਲ ਸ਼ੁਰੂ ਕਰ ਲਓ, ਪਹਿਲਾ ਕੋਇਨ 2 ਨਿਕਲਿਆ, ਦੂਜਾ 1 ਨਿਕਲ ਸਕਦਾ ਸੀ, ਪਹਿਲਾ ਕੋਇਨ 2 ਦਾ ਨਿਕਲਿਆ, ਦੂਜਾ 5 ਨਿਕਲ ਸਕਦਾ ਸੀ. ਇਸੇ ਤਰ੍ਹਾਂ ਜੇ ਪਹਿਲਾ ਕੋਇਨ 5 ਨਿਕਲਿਆ, ਪਹਿਲਾ 5 ਨਿਕਲਿਆ, ਦੂਜਾ 1 ਨਿਕਲ ਸਕਦਾ ਸੀ, ਪਹਿਲਾ ਕੋਇਨ 5 ਨਿਕਲਿਆ, ਦੂਸਰਾ 2 ਨਿਕਲ ਸਕਦਾ ਸੀ. ਸੋ ਇਹ ਆਊਟਕਮ ਹੋ ਸਕਦੇ ਸੀ ਪੋਸੀਬਲ. ਤਾਂ ਆਹੀ ਸਾਡਾ ਆਨਸਰ ਹੈ, S equals to ਆਨਸਰ ਆ ਜਾਏਗਾ. ਠੀਕ ਹੈ. ਨੈਕਸਟ, ਅ ਪਰਸਨ ਇਜ਼ noting down the number of experiments along a busy highway during a year. ਇੱਕ ਬਿਜ਼ੀ ਹਾਈਵੇ ਦੇ ਵਿੱਚ, ਹਾਈਵੇ ਤੁਹਾਨੂੰ ਪਤਾ ਹੈ ਵੱਡੀਆਂ ਸੜਕਾਂ ਜਿਹੜੀਆਂ ਨੈਸ਼ਨਲ ਹਾਈਵੇ, ਸਟੇਟ ਹਾਈਵੇ ਹੁੰਦੇ ਸਾਡੇ, ਉਹਨਾਂ 'ਚੋਂ ਇੱਕ ਬਿਜ਼ੀ ਹਾਈਵੇ 'ਤੇ ਉਹ ਨੋਟ ਕਰਦਾ ਹੈ ਪਰਸਨ ਵੀ ਕਿੰਨੇ ਐਕਸੀਡੈਂਟਸ ਹੁੰਦੇ ਆ ਤਾਂ ਇੱਕ ਈਅਰ ਦੌਰਾਨ. ਤਾਂ ਕੀ ਇਹਦਾ ਪੋਸੀਬਿਲਿਟੀ ਹੋ ਸਕਦੀ ਹੈ, ਤਾਂ ਇਹਦੇ 'ਚ ਅਸੀਂ ਪੋਸੀਬਿਲਿਟੀ ਸਿੱਧੀ ਰੱਖਦੇ, ਹੋ ਸਕਦਾ ਕੋਈ ਐਕਸੀਡੈਂਟ ਹੀ ਨਾ ਹੋਵੇ, ਯਾਨੀ 0 ਐਕਸੀਡੈਂਟ ਹੋ ਸਕਦਾ, 1 ਐਕਸੀਡੈਂਟ ਹੋਵੇ, ਹੋ ਸਕਦਾ 2 ਹੋਣ, ਹੋ ਸਕਦਾ 3 ਹੋਣ, ਤਾਂ ਕੋਈ ਵੀ ਪੋਸੀਬਲ ਨੰਬਰ ਆ ਸਕਦਾ ਇੱਥੇ. ਤਾਂ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਅਸੀਂ ਡੈਸ਼ ਪਾ ਦੇਣੀ, ਕਿਉਂਕਿ ਸਾਨੂੰ ਇਹ ਨਹੀਂ ਪਤਾ ਵੀ ਕਿੰਨੇ ਹੋਣਗੇ, ਕੋਈ ਗਿਣਤੀ ਥੋੜ੍ਹੀ ਹੈ. ਰੱਬ ਨੇ ਆਪਾਂ ਨੂੰ ਕੁਝ ਲਿਖ ਕੇ ਨਹੀਂ ਦਿੱਤਾ ਵੀ 10 ਹੀ ਹੋ ਸਕਦੇ ਜੀ, 10 ਤੋਂ ਜ਼ਿਆਦਾ ਨਹੀਂ, ਇੱਕ ਐਕਸੀਡੈਂਟ ਹੈ, ਇੱਕ ਅਸੀਂ ਉਹਦੇ 'ਤੇ ਐਕਸੀਡੈਂਟ ਹੋਣ ਦੇਣੇ, ਇਹੋ ਜਿਹੀ ਕੋਈ ਸਥਿਤੀ ਨਹੀਂ. ਤਾਂ ਹੋ ਸਕਦਾ ਇੱਕ ਦਿਨ 'ਚ 100 ਐਕਸੀਡੈਂਟ ਹੋ ਜਾਏ, ਇਹ ਕੀ ਪਤਾ ਲੱਗਦਾ, ਹੋ ਸਕਦਾ 200 ਹੋ ਜਾਣ, 1000 ਹੋ ਜਾਣ, ਇਹ ਕੋਈ ਪਤਾ ਨਹੀਂ. ਐਸੇ 1 ਜਾਂ ਹੋਣ ਹੀ ਨਾ, 0 1 2 3 ਡੈਸ਼ ਪਾ ਦੇਣਾ, ਯਾਨੀ ਇਹਦਾ ਕੋਈ ਸਾਨੂੰ ਪਤਾ ਨਹੀਂ ਐਂਡ ਕਿੱਥੇ ਹੋਏਗਾ. ਠੀਕ ਹੈ ਜੀ. Example 4, a coin is tossed. If it shows head, we draw a ball from a bag consisting of 3 blue and 4 white balls. If it shows tail, throw a dice. Describe the sample space of this experiment. And थोड़ा ਜਿਹਾ ਦੇਖੋ ਫਿਗਰ ਬਣਾਉਣਾ ਆਪਾਂ. ਪਹਿਲਾਂ ਤਾਂ ਟਾਸ ਕਰਨਾ ਹੈ, ਇੱਥੇ ਟਾਸ ਕੀਤਾ, ਠੀਕ ਹੈ. ਟਾਸ ਕੀਤਾ ਤਾਂ ਕੀ ਹੋਏਗਾ, ਜਾਂ ਤਾਂ ਹੈੱਡ ਆਏਗਾ ਜਾਂ ਟੇਲ ਆਏਗਾ. ਅਤੇ ਜੇ ਹੈੱਡ ਆਇਆ ਤਾਂ ਉਹ ਜਿਹੜੀਆਂ ਇੱਕ ਥੈਲੇ 'ਚ ਬੋਲਾਂ ਪਈਆਂ ਨੇ, ਉਹਨਾਂ 'ਚੋਂ ਇੱਕ ਬੋਲ ਕੱਢਣੀ, ਤਾਂ ਉਹ ਥੈਲੇ 'ਚ ਹੈਗੀਆਂ 3 ਬਲੂ ਬਾਲਸ ਐਂਡ 4 ਵਾਈਟ ਬਾਲਸ. ਅਸੀਂ ਉਹਨਾਂ ਦੇ ਨਾਂ ਰੱਖਤੇ. ਪਹਿਲੀ ਬਲੂ ਬਾਲ ਦਾ ਨਾਂ B1, ਦੂਸਰੀ ਬਲੂ ਬਾਲ B2, ਤੀਸਰੀ ਬਲੂ ਬਾਲ B3, ਇਸੇ ਤਰ੍ਹਾਂ W1 W2 W3 W4. ਇਹ ਕੀ ਹੈ, ਵਾਈਟ ਬਾਲਸ ਦੀ. ਅਤੇ ਜੇ ਇਹ ਹੈੱਡ ਨਿਕਲਿਆ ਤਾਂ ਅਸੀਂ ਇਹਨਾਂ 'ਚੋਂ, ਹੁਣ ਅਸੀਂ ਜਦੋਂ ਥੈਲੇ 'ਚੋਂ ਬੋਲਾਂ ਕੱਢਾਂਗੇ ਤਾਂ ਕੀ ਨਿਕਲੇਗਾ, ਜਾਂ ਤਾਂ B1 ਨਿਕਲੇਗੀ, ਜਾਂ B2 ਨਿਕਲੇਗੀ, ਜਾਂ B3 ਨਿਕਲੇਗੀ, ਜਾਂ W1 ਨਿਕਲੇਗੀ, ਜਾਂ W2 ਨਿਕਲੇਗੀ, ਜਾਂ W3, ਅਤੇ ਜਾਂ ਫਿਰ W4 ਵੀ ਨਿਕਲ ਸਕਦੀ ਹੈ. ਇਸੇ ਤਰ੍ਹਾਂ ਜਦੋਂ ਟੇਲ ਆਉਂਦੀ ਹੈ ਤਾਂ ਫਿਰ ਕੀ ਕਰਨਾ, ਫਿਰ ਅਸੀਂ ਡਾਈ ਥਰੋ ਕਰਨੀ. ਡਾਈ ਥਰੋ 'ਚ ਕੀ ਕਰਨੇ ਤੋਂ ਕੀ ਹੋਏਗਾ, ਜਾਂ ਤਾਂ 1 ਆਏਗਾ, ਜਾਂ 2 ਆਏਗਾ, ਜਾਂ 3 ਆਏਗਾ, ਜਾਂ 4 ਆਏਗਾ, ਜਾਂ 5 ਆਏਗਾ, ਅਤੇ ਜਾਂ 6 ਆਏਗਾ. ਠੀਕ ਹੈ ਜੀ. ਤਾਂ ਸੈਂਪਲ ਸਪੇਸ ਕੀ ਬਣੀ ਫਿਰ ਸਾਡੀ, ਜਦੋਂ ਹੈੱਡ ਆਉਂਦਾ ਤਾਂ ਹੈੱਡ ਨਾਲ ਕੀ ਆ ਸਕਦਾ, B1 ਆ ਸਕਦਾ, ਜਾਂ ਹੈੱਡ ਦੇ ਨਾਲ B2 ਆ ਸਕਦਾ, ਜਾਂ ਹੈੱਡ ਦੇ ਨਾਲ B3 ਆ ਸਕਦਾ ਸੀਗਾ, ਜਾਂ ਹੈੱਡ ਦੇ ਨਾਲ W1 ਆ ਸਕਦਾ ਸੀ, ਜਾਂ ਹੈੱਡ ਦੇ ਨਾਲ W2 ਆ ਸਕਦਾ ਸੀ, ਜਾਂ ਹੈੱਡ ਦੇ ਨਾਲ W3 ਆ ਸਕਦਾ, ਜਾਂ ਹੈੱਡ ਦੇ ਨਾਲ W4 ਆ ਸਕਦਾ, ਜਾਂ ਹੈੱਡ ਦੇ ਨਾਲ W4. ਹੈੱਡ ਵਾਲਾ ਕੰਮ ਤਾਂ ਮੁੱਕ. ਹੁਣ ਜੇ ਟੇਲ ਆਇਆ ਤਾਂ ਟੇਲ ਦੇ ਨਾਲ ਕੀ ਹੋਏਗਾ, ਜਾਂ 1 ਆਏਗਾ, ਜਾਂ ਟੇਲ ਦੇ ਨਾਲ 2 ਆਏਗਾ,
ਜਾਂ 3 ਆਏਗਾ ਜਾਂ 4 ਆਏਗਾ ਜਾਂ 5 ਆਏਗਾ ਤੇ ਜਾਂ 6 ਆਏਗਾ। ਸੋ ਇਹ ਸਾਰੇ ਹੀ ਸਿੰਪਲ ਸਪੇਸ ਹੋ ਗਿਆ। ਆ ਅਸੀਂ ਫਿਗਰ ਬਣਾਉਣ ਦਾ ਮਕਸਦ ਇਹੀ ਹੈ ਵੀ ਟਾਸ ਕਰੇ ਤਾਂ ਕੀ ਆ ਸਕਦਾ, ਹੈਡ ਦੇ ਨਾਲ ਆ ਚੀਜ਼ਾਂ ਆ ਸਕਦੀਆਂ। ਇਸੇ ਤਰ੍ਹਾਂ ਟਾਸ ਕਰੇ ਤਾਂ ਦੂਸਰਾ ਕੀ ਹੋ ਸਕਦਾ ਸੀ, ਟੇਲ ਆ ਸਕਦਾ ਸੀ, ਤੇ ਟੇਲ ਦੇ ਨਾਲ ਫਿਰ ਜੇ ਅਸੀਂ ਡਾਈ ਥਰੋ ਕਰਾਂਗੇ ਤਾਂ ਫਿਰ ਇਹਨਾਂ ਚੋਂ ਕੁਛ ਆਏਗਾ। ਤਾਂ ਐ ਨਾ ਕਰਿਓ ਵੀ ਟੇਲ ਦੇ ਨਾਲ B1 B2, ਕਿਉਂਕਿ ਟੇਲ ਤੋਂ ਬਾਅਦ ਤਾਂ ਅਸੀਂ ਬਾਲ ਕੱਢਣੀ ਨਹੀਂ ਹੈਗੀ, ਨਾ ਅਸੀਂ ਹੈਡ ਨਿਕਲੇ ਬਾਅਦ ਡਾਈ ਥਰੋ ਕਰਨੀ। ਤੇ ਜਦੋਂ ਹੈਡ ਨਿਕਲੇਗਾ ਉਦੋਂ ਇਹਨਾਂ ਚੋਂ ਕੁਛ ਆਏਗਾ, ਜਦੋਂ ਟੇਲ ਨਿਕਲੇਗਾ ਤਾਂ ਇਹਨਾਂ ਚੋਂ। ਤਾਂ ਹੈਡ ਦੇ ਨਾਲ B1 B2 B3 W1 W2 W3 W4 ਲੱਗਣਗੇ, ਤੇ ਟੀ ਦੇ ਨਾਲ 1 2 3 4 5 6 ਲੱਗ ਸਕਦੇ। ਠੀਕ ਹੈ ਜੀ। ਸੋ ਇਹੀ ਸਾਡਾ ਦੇਖੋ ਇੱਥੇ ਸੈਂਪਲ ਸਪੇਸ ਇਕੁਅਲ ਟੂ HB1 ਤੋਂ ਲੈ ਕੇ ਸਾਰੇ ਤੁਹਾਡੇ ਸਾਹਮਣੇ ਲਿਖੋ ਜਿਵੇਂ ਮੈਂ ਲਿਖਿਆ ਉਸੇ। ਠੀਕ ਹੈ ਜੀ। ਨੈਕਸਟ ਹੈ ਕੰਸੀਡਰ ਦਾ example 5, consider the experiment in which a coin is tossed repeatedly until the head comes up. Describe the circumstance। ਉਹ ਕਹਿੰਦੇ ਵੀ ਉਹ ਐਕਸਪੈਰੀਮੈਂਟ ਦੱਸੋ, ਉਹਦਾ ਸੈਂਪਲ ਸਪੇਸ ਬਣਾਓ ਵੀ ਅਸੀਂ ਕੋਇਨ ਟਾਸ ਕਰਨਾ, ਤੇ ਕੋਇਨ ਟਾਸ ਉਦੋਂ ਤੱਕ ਕਰਨਾ ਜਦੋਂ ਤੱਕ ਹੈਡ ਨਾ ਆ ਜੇ। ਠੀਕ ਹੈ ਕਿ ਨਹੀਂ? ਤਾਂ ਕੀ ਪੋਸੀਬਿਲਿਟੀ ਹੋ ਸਕਦੀਆਂ ਸੀਗੀਆਂ, ਦੇਖੋ ਆ ਸਾਡੇ ਸਾਹਮਣੇ। ਹੋ ਸਕਦਾ ਪਹਿਲੀ ਵਾਰ 'ਚ ਹੀ ਹੈਡ ਆ ਜੇ ਤਾਂ ਗੱਲ ਖਤਮ ਹੀ ਹੋ ਗਈ, ਫਿਰ ਤਾਂ ਐਕਸਪੈਰੀਮੈਂਟ ਪਹਿਲੀ ਵਾਰ 'ਚ ਹੀ ਮੁੱਕ ਗਿਆ। ਜੇ ਪਹਿਲੀ ਵਾਰੀ ਹੈਡ ਨਹੀਂ ਆਇਆ, ਟੇਲ ਆਇਆ, ਤਾਂ ਫਿਰ ਅਸੀਂ ਦੁਬਾਰਾ ਥਰੋ ਕਰਾਂਗੇ, ਫਿਰ ਹੈਡ ਆ ਸਕਦਾ। ਠੀਕ ਹੈ ਕਿ ਨਹੀਂ? ਜੇ ਪਹਿਲੀ ਵਾਰੀ ਵੀ ਹੈਡ ਨਹੀਂ ਆਇਆ, ਟੇਲ ਆਇਆ, ਦੂਜੀ ਵਾਰੀ ਵੀ ਹੈਡ ਨਹੀਂ ਆਇਆ ਤਾਂ ਟੇਲ ਆਊਗਾ, ਹੈਡ ਤੋਂ ਬਿਨਾਂ ਤਾਂ ਹੋਰ ਕੁਛ ਟੇਲ ਹੀ ਆਉਂਦਾ ਹੁੰਦਾ, ਹੋਰ ਕੀ ਆ ਸਕਦਾ। ਤਾਂ ਪਹਿਲੀ ਵਾਰੀ ਵੀ ਟੇਲ ਆ ਗਿਆ, ਦੂਜੀ ਵਾਰੀ ਵੀ ਟੇਲ ਆ ਗਿਆ, ਤੀਸਰੀ ਵਾਰੀ ਹੋ ਸਕਦਾ ਹੈਡ ਆ। ਤਾਂ ਆਹ ਪੋਸੀਬਿਲਿਟੀ ਲਿਖੀਆਂ ਟੀ ਯਾਨੀ 3 ਵਾਰੀ ਟੇਲ ਆ ਜੇ, ਚੌਥੀ ਵਾਰੀ ਹੈਡ ਆ ਸਕਦਾ। ਇਸੇ ਤਰ੍ਹਾਂ 4 ਵਾਰੀ ਟੇਲ ਆ ਕੇ 5ਵੀਂ ਵਾਰੀ ਹੈਡ ਆ ਸਕਦਾ, ਐਂਡ ਸੋ ਔਨ ਵੱਧਦੇ ਤੁਰੇ ਜਾਓ। ਹੋ ਸਕਦਾ 10 ਵਾਰੀ ਪਹਿਲਾਂ ਟੇਲ ਹੀ ਆਵੇ ਫਿਰ ਹੈਡ ਆਵੇ, ਜਾਂ 1000 ਵਾਰੀ ਟੇਲ ਹੀ ਆਵੇ ਫਿਰ ਹੈਡ ਆਵੇ। ਇਹ ਕੋਈ ਗਰੰਟੀ ਨਹੀਂ ਹੈਗੀ ਵੀ ਇਸ ਤੋਂ ਬਾਅਦ ਹੈਡ ਆ ਜਾਵੇ। ਠੀਕ ਹੈ ਕਿ? ਤਾਂ ਇਸ ਤਰੀਕੇ ਨਾਲ ਇਹਦਾ ਸੈਂਪਲ ਸਪੇਸ ਅਸੀਂ ਬਣਾ ਸਕਦੇ। ਆਹ ਦੇਖੋ ਫਸਟ ਕੁਐਸਚਨ, ਕੋਇਨ ਇਜ਼ ਟਾਸਡ 3 ਟਾਈਮਸ। ਤਾਂ ਕੀ ਹੋਏਗਾ ਕੋਇਨ ਟਾਸ ਕਰੇ ਤਾਂ 3 ਟਾਈਮਸ? ਇਹਦਾ ਸੈਂਪਲ ਸਪੇਸ ਆਪਾਂ ਬਣਾਵਾਂਗੇ। ਸੈਂਪਲ ਸਪੇਸ ਕੀ ਹੋਏਗਾ? ਹੋ ਸਕਦਾ ਹੈ ਤਿੰਨਾਂ ਤੇ ਹੈਡ ਹੀ ਆ, ਤਿੰਨੇ ਵਾਰੀ ਹੈਡ ਹੀ ਆ ਜੇ। ਕੋਇਨ 3 ਵਾਰੀ ਟਾਸ ਕੀਤਾ ਤਾਂ ਪਹਿਲੀ ਵਾਰੀ ਵੀ ਹੈਡ ਆ ਗਿਆ, ਦੂਜੀ ਵਾਰੀ ਵੀ, ਤੀਜੀ ਵਾਰੀ। ਜਾਂ ਕੀ ਹੋ ਸਕਦਾ ਸੀ, 2 ਤਾਂ ਹੈਡ ਆ ਗਏ, ਤੀਸਰਾ ਟੇਲ ਆ ਗਿਆ, ਜਾਂ ਪਹਿਲਾ ਹੈਡ, ਦੂਸਰਾ ਟੇਲ, ਤੀਸਰਾ ਹੈਡ, ਜਾਂ ਟੇਲ ਹੈਡ। ਇਹਦੇ 'ਚ ਦੇਖੋ ਤਿੰਨੇ ਹੈਡ ਨੇ, ਇਹ 'ਚ 2 ਹੈਡ 1 ਟੇਲ ਆ, ਤਿੰਨਾਂ ਦੇ ਵਿੱਚ। ਉਹਨੂੰ ਤੁਸੀਂ ਕਿਸ ਤਰੀਕੇ ਨਾਲ ਅਰੇਂਜ ਕਰ ਸਕਦੇ ਹੋ, ਆਪ ਹੀ ਦੇਖ ਲਓ ਵੀ ਪਹਿਲੇ 2 ਹੈਡ ਆ ਜਾਂ ਤੀਜਾ ਟੇਲ ਆ ਜੇ, ਜਾਂ ਪਹਿਲਾ ਹੈਡ ਦੂਜਾ ਟੇਲ ਤੀਜਾ ਹੈਡ ਆ ਜੇ, ਜਾਂ ਪਹਿਲਾ ਟੇਲ ਦੂਨੇ ਤੋਂ ਬਾਅਦ ਹੈਡ ਆ ਜੇ। ਹੁਣ ਅਸੀਂ ਉਹ ਲੈ ਲਾਂਗੇ ਜਿਨ੍ਹਾਂ 'ਚ 2 ਟੇਲ ਹੋਣਗੇ, 1 ਹੈਡ ਹੋਏਗਾ। ਯਾਨੀ ਅਸੀਂ ਲੈ ਲੈਂਦੇ ਹਾਂ ਪਹਿਲੇ 2 ਟੇਲ ਆ ਗਏ, ਫਿਰ ਹੈਡ ਆ ਗਏ। ਫਿਰ ਕੀ ਹੋ ਸਕਦਾ ਹੈ? ਟੇਲ ਹੈਡ ਟੇਲ ਹੋ ਸਕਦਾ, ਤੇ ਫਿਰ ਹੈਡ ਟੇਲ ਟੇਲ ਹੋ ਸਕਦਾ। ਆਹ 3 ਉਹ ਆ ਗਏ ਜਿਨ੍ਹਾਂ ਦੇ ਵਿੱਚ 2 ਵਾਰੀ ਟੇਲ ਆ ਗਏ। ਜਾਂ ਕੀ ਹੋ ਸਕਦਾ ਸੀ, ਫਿਰ ਤਿੰਨੇ ਹੀ ਟੇਲ ਵੀ ਆ ਸਕਦਾ ਸੀ। ਤਾਂ ਇਹਦੇ ਵਿੱਚ ਆ ਜਿਹੜੇ ਹੈਗੇ ਆ 8 ਆਊਟਕਮ ਬਣਦੇ ਆ, 8 ਸੈਂਪਲ ਪੁਆਇੰਟ ਬਣਦੇ ਹੈ।